ਫਸਟ ਓਪੀਨੀਅਨ ਤੁਹਾਡੀ ਰਹੀ ਸੀਐਮ ਫੇਸ ਨੂੰ ਲੈ ਕੇ, ਕੀ ਕਹਿਣਾ ਚਾਹੋਗੇ? देखो कुछ दिन पहला मेरे ख्याल 10 दिन शायद हो गए, अजय नॉमिनेशन शुरू नहीं सी होए। मैं एक दिन बैठा 4.5 साल मैं कैप्टन अमरिंदर सिंह जी नाल मिनिस्टर के तौर पर काम किया, बहुत काम किया सी, कैबिनेट ने सारी ने काम किया, पर जेड़े 3 महीने चन्नी जी नाल काम किया कैबिनेट ਉਹਦੇ ਤੋਂ ਮੈਨੂੰ मैं कंपैरिजन ਦੇ ਵਿੱਚ जिन्ने फैसले होए, जिस ढंग नाल चन्नी जी ने कैबिनेट चलाई, जिस ढंग नाल फैसले लए और जिस ढंग नाल उन्होंने विजन सीगा, जिन्नी क्लैरिटी सीगी और क्विक सी, हर चीज़ क्विक सीगी और कैबिनेट नूं चलाउण दा जिहड़ा तरीका सीगा वो भी मैनूं इंप्रैस कीता उसने। ये सारी गल्लां नूं देखदे होए मैं अपनी हाई कमांड नूं ਕਿਹਾ ਸੀ ਕਿ ਚੰਨੀ ਜੀ ਨੂੰ ਨਾਮਜ਼ਦ ਕੀਤਾ ਜਾਏ ਚੀਫ ਮਿਨਿਸਟਰ ਦਾ ਕੈਂਡੀਡੇਟ। ਸਰ ਪਟਿਆਲਾ 2 ਤੋਂ ਤੁਸੀਂ ਸਿਟਿੰਗ ਐਮਐਲਏ ਹੋ, ਤੁਸੀਂ ਕਿੰਨੇ ਕੁ ਵਿਕਾਸ ਦੇ ਕਾਰਜ ਕੀਤੇ 5 ਸਾਲਾਂ ਦੇ ਵਿੱਚ? ਦੇਖੋ ਮੇਰਾ ਖਿਆਲ ਹੈ ਕਿ ਮੈਂ 120 ਕਰੋੜ ਦੇ ਕੰਮ ਡਿਵੈਲਪਮੈਂਟ ਦੇ ਕਰਾ ਚੁੱਕਾ, ਜਿਹਦੇ 'ਚ ਪਿੰਡਾਂ ਦੇ ਵਿੱਚ ਪੌਂਡ ਸਾਫ਼ ਕੀਤੇ, ਸੜਕਾਂ ਪਿੰਡਾਂ ਦੇ ਵਿੱਚ ਬਣਾਈਆਂ ਔਰ ਗਲੀਆਂ ਨਾਲੀਆਂ ਦੇ ਕੰਮ ਤਾਂ ਰੂਟੀਨ 'ਚ ਚੱਲਦੇ ਰਹਿੰਦੇ ਨੇ। ਮੈਂ ਸਭ ਤੋਂ ਜ਼ਿਆਦਾ ਸਟੇਡੀਅਮਸ ਨੂੰ ਪਹਿਲ ਦਿੱਤੀ ਵੀ ਕੁਝ ਸਟੇਡੀਅਮ ਬਣ ਜਾਣ। ਦੈਨ ਮੈਂ ਜਿੰਨੇ ਕੁ ਮੈਂ ਬਣਾ ਸਕਦਾ ਸੀ ਮੈਂ ਪਿੰਡਾਂ ਦੇ ਵਿੱਚ ਅਸੀਂ ਆਪਣੇ ਪੈਲੇਸ ਬਣਾਏ, ਛੋਟੇ ਪੈਲੇਸ ਬਣਾਏ, ਕਮਿਊਨਿਟੀ ਹਾਲ ਬਣਾਏ ਤਾਂ ਕਿ ਗਰੀਬ ਵਰਕਰ ਜਿਹੜੇ ਆ, ਗਰੀਬ ਲੋਕ ਵੱਡੇ ਪੈਲੇਸਿਸ 'ਚ ਕੰਮ ਨਹੀਂ ਕਰ ਸਕਦੇ, ਵੱਡੇ ਪੈਲੇਸਿਸ ਨੂੰ ਹਾਇਰ ਨਹੀਂ ਕਰ ਸਕਦੇ, ਇੰਗੇਜ ਨਹੀਂ ਕਰ ਸਕਦੇ ਆਪਣੇ ਕਿਸੇ ਵੀ ਫੰਕਸ਼ਨ ਲਈ, ਉਹਨਾਂ ਵਾਸਤੇ ਅਸੀਂ ਇਹ ਸਹੂਲੀਅਤ ਪ੍ਰੋਵਾਈਡ ਕੀਤੀ। ਸਰ ਇਸ ਵਾਰ ਬੇਟੇ ਨੂੰ ਟਿਕਟ ਦੇ ਉੱਤੇ ਲੜਾਉਣ ਦਾ ਕੀ ਕਾਰਨ ਰਹੇ? ਦੇਖੋ ਗੱਲ ਇਹ ਹੈ ਕਿ ਮੈਂ ਸੱਚੀ ਗੱਲ ਇਹ ਹੈ ਕਿ ਮੈਂ 8 ਇਲੈਕਸ਼ਨਾਂ ਲੜ ਚੁੱਕਾ ਔਰ ਇੰਨਾ ਇੱਕ ਬੰਦੇ ਦੀ ਜ਼ਿੰਦਗੀ 'ਚ 8 ਇਲੈਕਸ਼ਨਾਂ ਲੜਨੀਆਂ ਬਹੁਤ ਗੱਲ ਹੁੰਦੀ ਹੈ। ਔਰ ਮੈਂ ਬੜਾ ਸੋਚ ਕੇ ਮੈਂ ਦੇਖਿਆ ਕਿ ਮੋਹਿਤ ਜੀ ਬੜੇ ਐਕਟਿਵ ਔਰ ਬਹੁਤ ਹੀ ਅੱਛੇ ਢੰਗ ਨਾਲ ਲੋਕਾਂ ਨਾਲ ਵਿਚਰਦੇ ਸੀਗੇ। ਪਿਛਲੇ 6 ਸਾਲ ਤੋਂ ਯੂਥ ਕਾਂਗਰਸ 'ਚ ਕੰਮ ਕਰ ਰਹੇ ਸੀ ਔਰ ਯੂਥ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਇੱਕ ਪੈਠ ਆਪ ਬਣਾਈ, ਮੇਰੀ ਕੋਈ ਮਦਦ ਨਹੀਂ ਲਈ, ਕਿਸੇ ਤਰ੍ਹਾਂ ਦੀ ਮੇਰੀ ਮਦਦ ਨਹੀਂ ਲਈ। ਉਹ ਜਨਰਲ ਸੈਕਟਰੀ ਦੀ ਇਲੈਕਸ਼ਨ ਲੜੇ, ਯੂਥ ਕਾਂਗਰਸ 'ਚ ਇਲੈਕਸ਼ਨ ਹੁੰਦੀ ਹੈ ਔਰ ਜਿਸ ਵੇਲੇ ਇਲੈਕਸ਼ਨ ਲੜੇ ਤਾਂ ਉਹਨਾਂ ਨੂੰ ਹਾਈਐਸਟ ਵੋਟਸ ਪੰਜਾਬ ਦੇ ਵਿੱਚ ਮਿਲੀਆਂ। ਸਰ ਅਗਰ ਤੁਹਾਡਾ ਬੇਟਾ ਉਹਦੇ ਤੋਂ ਜਿੱਤਦੇ ਹੈ, ਭਾਰੀ ਸਮਰਥਨ ਮਿਲ ਰਿਹਾ ਲੋਕਾਂ ਦਾ, ਤਾਂ ਉਸ ਤੋਂ ਬਾਅਦ ਕਿਹੜੇ 4 ਵਿਕਾਸ ਦੇ ਮੁੱਦੇ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰੋਗੇ? ਦੇਖੋ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਹੈਗੀ ਹੈ ਉਹ ਸੀਵਰੇਜ ਸਿਸਟਮ ਠੀਕ ਕਰਨਾ ਹੈ ਕਿ ਸੀਵਰੇਜ ਸਿਸਟਮ ਸਾਰੇ ਪਾਸੇ ਠੀਕ ਹੋਵੇ ਔਰ ਡਰਿੰਕਿੰਗ ਵਾਟਰ ਜਿਹੜਾ ਹੈ ਸਾਫ਼ ਪੋਰਟੇਬਲ ਡਰਿੰਕਿੰਗ ਵਾਟਰ ਮਿਲਣਾ ਚਾਹੀਦਾ ਹੈ। ਦੈਨ ਸਭ ਤੋਂ ਵੱਡੀ ਸਹੂਲਤ ਜਿਹੜੀ ਹੈ ਸਾਨੂੰ ਹੈਲਥ ਫੈਸਿਲਿਟੀਜ਼ ਸਟਰੈਂਥਨ ਕਰਨੀਆਂ ਪੈਣੀਆਂ ਲੋਕਲ ਲੈਵਲ 'ਤੇ। ਸਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਜਿਹੜੇ ਧਰਨੇ ਲੱਗ ਰਹੇ ਆ ਬੇਰੁਜ਼ਗਾਰੀ ਦੇ ਉੱਤੇ, ਬੜੇ ਵੱਡੇ ਇਸ਼ੂ ਪਾਰਟੀਆਂ ਕ੍ਰੀਏਟ ਕਰ ਰਹੀਆਂ ਕਿ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ 111 ਦਿਨ ਦੀ ਜਿਹੜੀ ਚੰਨੀ ਸਾਹਿਬ ਦੀ ਸਰਕਾਰ ਰਹੀ ਹੈ ਉਸ ਦੀ ਛਵੀ ਨੂੰ ਖਰਾਬ ਕਰਨ ਵਾਸਤੇ ਕ੍ਰੀਏਟ ਕੀਤਾ ਜਾ ਰਿਹਾ ਮਾਹੌਲ? ਦੇਖੋ ਗੱਲ ਹੈ ਹਰ ਪੋਲੀਟੀਕਲ ਪਾਰਟੀ ਆਪਣੇ ਤਰੀਕੇ ਨਾਲ ਚੱਲਦੀ ਹੈ, ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ। ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਹੈ ਉਹ ਮੁੱਦਾ ਵਾਕਈ ਗੰਭੀਰ ਹੈ ਪੰਜਾਬ ਲਈ ਔਰ ਉਹਦੇ 'ਚ ਮੈਂ ਪਿਛਲੀ ਕੈਬਨਿਟ 'ਚ ਸੀਗਾ, ਉਸ ਵੇਲੇ 1-2 ਕਮੇਟੀਆਂ ਐਸੀਆਂ ਸੀਗੀਆਂ ਜਿਹੜੀਆਂ ਇਸ ਮੁੱਦੇ ਨੂੰ ਸੋਲਵ ਕਰਨਾ ਚਾਹੁੰਦੀਆਂ ਸੀ। ਮੈਂ ਉਸ ਵੇਲੇ ਚੇਅਰਮੈਨ ਸੀਗਾ ਜਿਹੜੀਆਂ ਕਮੇਟੀਆਂ ਬਣੀਆਂ ਔਰ ਮੇਰੇ ਮਿਨਿਸਟਰ ਕਲੀਗ ਨੇ ਮੇਰੇ ਨਾਲ ਲੱਗ ਕੇ ਅਸੀਂ ਇਕੱਠੇ ਹੋ ਕੇ ਬਹੁਤ ਮੀਟਿੰਗਾਂ ਕੀਤੀਆਂ, ਬੜੇ ਫੈਸਲੇ ਕਰਨ ਦੀ ਕੋਸ਼ਿਸ਼ ਕੀਤੀ। ਅਲਟੀਮੇਟਲੀ ਜਿੰਨਾ ਕੁ ਸਾਨੂੰ ਹਾਈ ਕੋਰਟ ਤੋਂ ਬਚਦੇ ਹੋਏ, ਜਿੰਨਾ ਕੁ ਸਾਨੂੰ ਫਾਈਨਾਂਸ ਅਵੇਲੇਬਲ ਦੇਖਦੇ ਹੋਏ, ਕਿੰਨੀਆਂ ਪੱਕੀਆਂ ਨੌਕਰੀਆਂ ਅਸੀਂ ਦੇ ਸਕਦੇ ਸੀਗੇ, ਉਹ ਸਾਰੇ ਸਿਸਟਮ ਨੂੰ ਦੇਖਦੇ ਹੋਏ ਅਸੀਂ ਕੋਈ ਪਾਲਿਸੀ ਬਣਾਉਣ ਦਾ ਤਿਆਰੀ ਕੀਤੀ। ਉਹ ਤਿਆਰੀ ਹੋਈ ਵੀ, ਉਹਦੇ 'ਚ 36,000 ਮੁਲਾਜ਼ਮ ਜਿਹੜਾ ਹੈ ਕੱਚਾ ਜਿਹੜਾ ਸੀਗਾ ਉਹ ਅਸੀਂ ਪੱਕਾ ਕੀਤਾ। ਸਰ ਕਾਂਗਰਸ ਦੀ ਸਰਕਾਰ ਕੰਨਿਓ ਵੈਸੇ ਤਾਂ ਕਿਹਾ ਜਾਂਦਾ ਕਿ ਕੁੜੀਆਂ ਨੂੰ ਪਹਿਲ ਦਿੱਤੀ ਜਾਵੇ, ਲੇਕਿਨ ਕਾਂਗਰਸ ਕੰਨਿਓ ਇਸ ਵਾਰ ਜਿਹੜੀ ਲੇਡੀਜ਼ ਟਿਕਟ ਹੈ ਉਹਨਾਂ ਨੂੰ ਕੱਟ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਕਿ ਕਿਤੇ ਨਾ ਕਿਤੇ ਜਾ ਕੇ ਇਗਨੋਰ ਕੀਤਾ ਜਾ ਰਿਹਾ ਲੇਡੀਜ਼ ਨੂੰ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਜਿੱਥੇ ਕਿਤੇ ਵੀ ਕੋਈ ਵਿਨੇਬਿਲਿਟੀ ਕਿਸੇ ਮਹਿਲਾ ਦੀ ਹੈ ਉਹ ਪੂਰਾ ਧਿਆਨ ਦਿੱਤਾ ਜਾਂਦਾ, ਪੂਰੀ ਟਿਕਟ ਦਿੱਤੀ ਜਾਂਦੀ ਹੈ ਇਹਦੇ 'ਚ। ਸਰ 3 ਟਿਕਟਾਂ ਕੱਟੀਆਂ, ਇੱਕ ਦਮਨ ਬਾਜਵਾ ਸੁਨਾਮ ਤੋਂ, ਦੂਸਰਾ ਲਾਡੀ ਗੈਰੀ ਫਿਰੋਜ਼ਪੁਰ ਤੋਂ ਤੇ ਤੀਸਰਾ ਸਤਵਿੰਦਰ ਬਿੱਟੀ। ਉਹ ਬਾਗੀ ਹੋਏ ਆ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਪਾਰਟੀ ਨੇ ਕੋਈ ਸਹਿਯੋਗ ਦਿੱਤਾ ਜਾਂ ਉਹਨਾਂ ਨੂੰ ਕੋਆਰਡੀਨੇਟ ਕੀਤਾ, ਕੀ ਕੀਤਾ? ਦੇਖੋ ਗੱਲ ਇਹ ਹੈ ਕਿ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਿ ਜੇ ਪਾਰਟੀ ਟਿਕਟ ਨਹੀਂ ਦਿੰਦੇ ਤਾਂ ਬਾਗੀ ਹੋ ਜਾਓ
ਔਰ ਉਹ ਦੂਜੇ ਪਾਸੇ ਵੀ ਬੜੀ ਅਨਐਥੀਕਲ ਗੱਲ ਹੋ ਰਹੀ ਹੈ, ਨੈਤਿਕਤਾ ਦੀ ਗੱਲ ਨਹੀਂ ਰਹੀ। ਉਹ ਵੀ ਤਿਆਰ ਬੈਠੇ ਨੇ ਵੀ ਜਿਹਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੰਦੀ ਆਪਾਂ ਲੈ ਲਓ, ਚਾਹੇ ਆਮ ਆਦਮੀ ਹੈ ਚਾਹੇ ਬੀਜੇਪੀ ਹੈ। ਬੀਜੇਪੀ ਆਪਣੇ ਆਪ ਨੂੰ ਬਹੁਤ ਵੱਡੀ ਮੋਰਲਸ ਤੇ ਨੈਤਿਕਤਾ ਦੀ ਪਾਰਟੀ ਕਹਿੰਦੀ ਹੈ, ਬੜੇ ਐਥਿਕਸ ਦੀ ਗੱਲ ਕਰਦੀ ਹੈ। ਰਾਤ ਨੂੰ ਬੰਦਾ ਕਾਂਗਰਸ ਤੋਂ ਟਿਕਟ ਨਹੀਂ ਹੁੰਦੀ ਹੈ, ਸਵੇਰੇ ਉਹ ਦੇ ਦਿੰਦੇ ਹੈ। ਵੇਅਰ ਆਰ ਦੀ ਐਥਿਕਸ? ਵੇਅਰ ਦੀ ਜਿਹੜੇ ਬੜੇ ਐਥਿਕਸ ਦੀ ਗੱਲ ਨਰਿੰਦਰ ਮੋਦੀ ਜੀ ਕਰਦੇ, ਉਹ ਕਿੱਥੇ ਨੇ ਐਥਿਕਸ? ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸੇ ਤਰ੍ਹਾਂ ਵੀ ਅਸੀਂ ਕੋਈ ਇਹ ਨਹੀਂ ਕਿ ਕੋਈ ਸਿਸਟਮੈਟਿਕਲੀ ਸੀ ਲੇਡੀਜ਼ ਦੀਆਂ ਕੋਈ ਟਿਕਟਾਂ ਕੱਟੀਆਂ ਹੋਣ, ਸਾਰਾ ਕੁਝ ਦੇਖਣਾ ਪੈਂਦਾ ਹੈ। ਸਰ ਪੀਐਮ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਰੀਜ਼ਨ ਹੋਇਆ, ਢਿੱਲ ਵਰਤੀ ਗਈ, ਉਸ ਤੋਂ ਬਾਅਦ ਇਸ਼ੂ ਕ੍ਰੀਏਟ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪ੍ਰਾਈਮ ਮਿਨਿਸਟਰ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ, ਔਰ ਜਿਹੜੀ ਢਿੱਲ ਦੀ ਗੱਲ ਆਈ ਹੈ, ਮੈਂ ਸਮਝਦਾ ਵੀ ਮੈਂ ਇਸ ਗੱਲ ਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ। ਜਿਸ ਵੇਲੇ ਪ੍ਰਾਈਮ ਮਿਨਿਸਟਰ ਦਿੱਲੀੋਂ ਚੱਲਦੇ ਹੈ, ਤੁਹਾਡਾ ਕੀ ਖਿਆਲ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਜਿਹੜੀਆਂ ਏਜੰਸੀਜ਼ ਹੈ, ਉਹਨਾਂ ਨੂੰ ਇਹ ਗੱਲ ਕਨਵੇ ਨਹੀਂ ਕਰਨੀ ਹੈ ਕਿ ਜੀ ਬਠਿੰਡੇ ਤੋਂ ਬਿਯੋਂਡ ਵੈਦਰ ਇੰਨਾ ਖਰਾਬ ਹੈ ਕਿ ਤੁਹਾਡਾ ਹੈਲੀਕਾਪਟਰ ਨਹੀਂ ਜਾ ਸਕਣਾ, ਹੁਣੇ ਪਲਾਨ ਕਰ ਲਓ ਕੀ ਕਰਨਾ ਹੈ। ਮੈਂ ਨਹੀਂ ਸਮਝਦਾ ਕਿ ਇਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ। ਜਿਸ ਵੇਲੇ ਬਠਿੰਡੇ ਉਤਰੇ ਹੈ, ਕਿਆ ਉਹਨਾਂ ਦੇ ਅਫਸਰਾਂ ਨੇ, ਕਿਆ ਉਹਨਾਂ ਦੇ ਲੋਕਾਂ ਨੇ ਸੋਚਿਆ ਨਹੀਂ, ਬਲੂ ਬੁੱਕ ਨਹੀਂ ਦੇਖੀ? ਕਿਆ ਉਹਨਾਂ ਨੇ ਇਹ ਸੋਚਿਆ ਕਿ ਐਸਪੀਜੀ ਜਿਹੜੀ ਹੁੰਦੀ ਹੈ, ਐਸਪੀਜੀ ਪ੍ਰੋਟੈਕਸ਼ਨ ਗਰੁੱਪ ਹੈ, 140 ਕਿਲੋਮੀਟਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਾਈ ਰੋਡ ਲਿਜਾ ਰਹੇ ਹੋ, ਔਰ ਉਹ ਵੀ ਉੱਥੋਂ ਉਸ ਰਸਤੇ ਤੋਂ ਲਿਜਾ ਰਹੇ ਹੋ ਜਿਹਦੇ ਪੈਰਲਲ ਇੰਟਰਨੈਸ਼ਨਲ ਬਾਰਡਰ 'ਚ ਇੰਡੋ ਪਾਕ ਬਾਰਡਰ ਚੱਲ ਰਿਹਾ। ਇਹ ਮੈਂ ਸਮਝਦਾ ਉਹਨਾਂ ਦੀ ਆਪਣੀਆਂ ਸਿਕਿਉਰਿਟੀ ਏਜੰਸੀਜ਼ ਦੇ ਵਿੱਚ ਕੋਈ ਫਾਲਟ ਹੈਗਾ। ਮੈਂ ਇਹਦੇ 'ਤੇ ਬੋਲਣਾ ਨਹੀਂ ਚਾਹੁੰਦਾ, ਸੁਪਰੀਮ ਕੋਰਟ ਦੀ ਇਨਕੁਆਇਰੀ ਚੱਲ ਰਹੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਆਫਿਸਰਸ ਦੀ ਸੋਚ ਕੀ ਸੀ, ਬਲੂ ਬੁੱਕ ਕੀ ਸੀਗੀ, ਬਲੂ ਬੁੱਕ ਦੀਆਂ ਗਾਈਡਲਾਈਨਸ ਕੀ ਸੀਗੀਆਂ। ਬਠਿੰਡੇ ਜਿਸ ਵੇਲੇ ਉਤਰੇ ਆ 20 ਮਿੰਟ 'ਚ ਹੀ ਫੈਸਲਾ ਕਰ ਲਿਆ ਕਿ ਪ੍ਰਧਾਨ ਮੰਤਰੀ 140 ਕਿਲੋਮੀਟਰ ਜਾਣਗੇ। ਸੋ ਇਹਦੇ 'ਚ ਕਿਤੇ ਨਾ ਕਿਤੇ ਕੁਤਾਹੀ ਮੈਂ ਸਮਝਦਾ ਪੀਐਮਓ 'ਚੋਂ ਵੀ ਹੋਈ ਹੈ। ਸਰ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਇੱਕੋ ਹੀ ਅਪੀਲ ਕਰਨੀ ਚਾਹੂੰਗਾ ਜੀ ਕਿ ਅੱਜ ਪੰਜਾਬ ਦਾ ਜਿਸ ਵੇਲੇ ਚੁਣਾਵ ਅਸੀਂ ਦੇਖਦੇ ਹਾਂ, ਉਹਦੇ 'ਚ ਇੱਕ ਐਸਾ ਗੰਦਲਾਪਨ ਥੋੜ੍ਹਾ ਜਿਹਾ ਆ ਗਿਆ ਜਿਹਦੇ 'ਚ ਨੈਤਿਕਤਾ ਦੀ ਗੱਲ ਨਹੀਂ, ਮੋਰਲ ਵੈਲਿਊਜ਼ ਦੀ ਗੱਲ ਨਹੀਂ ਰਹੀ, ਹਿਟਿੰਗ ਬਲੋ ਦੀ ਬੈਲਟ ਪੋਲਿਟਿਕਸ ਚੱਲ ਰਹੀ ਹੈ। ਇੱਕ ਫਲੋਰ ਕ੍ਰਾਸਿੰਗ ਦੀ ਜ਼ਿਆਦਾ, ਫਲੋਰ ਕ੍ਰਾਸਿੰਗ ਮੀਨਸ ਕਿ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾਣ ਦੀ ਗੱਲ ਕਰ ਰਿਹਾ ਹੈ। 20-20 ਸਾਲ ਕੋਈ ਬੰਦਾ ਇੱਕ ਪਾਰਟੀ ਦੇ ਖਿਲਾਫ ਬੋਲਦਾ ਹੈ, ਜਿਸ ਵੇਲੇ ਛੱਡਦਾ ਉਸ ਪਾਰਟੀ ਨੂੰ, ਦੂਜੀ ਪਾਰਟੀ ਉਹਨੂੰ ਐਕਸੈਪਟ ਕਰਨ ਲਈ ਤਿਆਰ ਹੈ ਜਿਹਦੇ ਖਿਲਾਫ ਬੋਲਿਆ ਹੁੰਦਾ। ਸੋ ਬੜਾ ਕੁਝ ਮੈਂ ਸਮਝਦਾ ਨੀਚੇ ਲੈਵਲ 'ਤੇ ਹੋ ਗਿਆ। ਪੋਲਿਊਸ਼ਨ ਜਿਹੜੀ ਇਨਵਾਇਰਨਮੈਂਟ ਹੈ, ਪੋਲੀਟੀਕਲ ਇਨਵਾਇਰਨਮੈਂਟ, ਉਹ ਕਿਤੇ ਨਾ ਕਿਤੇ ਪੋਲਿਊਟ ਹੋ ਗਈ ਔਰ ਬੜੇ ਨਿਚਲੇ ਪੱਧਰ 'ਤੇ ਗਈ ਹੈ। ਸਰ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮੇਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।